ਦੀ ਨਿੱਘੀ ਮਿੱਠੀ ਗੋਦ ਦਾ ਆਨੰਦ ਆਪਾਂ ਸਾਰੇ ਮਾਣ ਰਹੇ ਹਾਂ। ਗੁਰਬਾਣੀ ਦੇ ਨਾਲ ਸਾਂਝ ਪਾਉਣੀ ਕੀਤੀ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਹੋ ਕੇ ਪਰਿਵਾਰ ਨੇ ਸੇਵਾਵਾਂ ਨਿਭਾਈਆਂ ਹਨ। ਸਤਿਗੁਰਾਂ ਦਾ ਇੱਕ ਸ਼ਬਦ ਆਧਾਰ ਬਣਾ ਕੇ ਤੇ ਉਸ ਤੋਂ ਬਾਅਦ ਕੁਝ ਕੁ ਸੰਖੇਪ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਪ੍ਰਤੀ ਆਪਾਂ ਜੁੜਨਾ ਕਰਾਂਗੇ। ਨੌਵੇਂ ਪਾਤਸ਼ਾਹ ਨੇ ਪੂਰਨ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਤੌਰ ਤੇ ਬੈਰਾਗਮਈ ਦਰਜ ਕੀਤੀ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਮੁੱਚੀ ਬਾਣੀ ਆਪਾਂ ਸਰਵਣ ਕਰੀਏ। ਸਾਰੀ ਬਾਣੀ ਬੈਰਾਗਮਈ ਹੈ ਤੇ ਸਾਰੀ ਬਾਣੀ ਇਸ ਸੰਸਾਰੀ ਜੀਵ ਨੂੰ ਇਸ ਸੰਸਾਰ ਤੋਂ ਮੋਹ ਮਮਤਾ ਤਿਆਗ ਕੇ ਉਸ ਅਕਾਲ ਪੁਰਖ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ। ਸੋਰਠ ਦੇ ਵਿੱਚ ਨੌਵੇਂ ਪਾਤਸ਼ਾਹ ਦਾ ਸ਼ਬਦ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਲ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸੇ ਨਾਹਿਨ ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਕਿ ਗੁਰੂ ਦਾ ਸਿੱਖ ਕੈਸਾ ਹੋਵੇ, ਗੁਰੂ ਦੇ ਸਿੱਖ ਦੀ ਪਰਿਭਾਸ਼ਾ ਕੀ ਹੈ ਤੇ ਗੁਰੂ ਦੇ ਵਿੱਚ ਅਭੇਦ ਕਿਵੇਂ ਹੋ ਜਾਈਦਾ ਹੈ, ਭਾਵ ਕਿ ਗੁਰੂ ਦੇ ਨਾਲ ਇੱਕ ਜੋਤ ਕਿਵੇਂ ਬਣ ਜਾਈਦਾ ਹੈ। ਸਤਿਗੁਰ ਕਹਿੰਦੇ ਜਿਹੜਾ ਜੀਵ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦੇ, ਜਿਹੜਾ ਜੀਵ ਦੁੱਖ ਦੇ ਵਿੱਚ ਦੁੱਖ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੇ, ਜਿਹੜਾ ਦੁੱਖ ਦਾਰੂ ਸੁਖ ਰੋਗ ਪਿਆ ਵਾਲੀ ਬਿਰਤੀ ਰੱਖੇ। ਜੇ ਦੁੱਖ ਆਇਆ ਜੇ ਦੁੱਖ ਦੇ ਜੇ ਸੁਖ ਦੇ ਤਾਂ ਤੁਝੇ ਇਰਾਦੀ, ਦੁੱਖ ਪੀ ਤੁਝੇ ਧਿਆਨੀ। ਸਤਿਗੁਰ ਕਹਿੰਦੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹੋ ਅਰ ਭੈ ਨਹੀਂ ਜਾਗੇ। ਉਸ ਨੂੰ ਸੁੱਖ ਦੇ ਨਾਲ ਕੋਈ ਨੇਹ ਨਹੀਂ ਹੈਗਾ, ਬਹੁਤਾ ਲਗਾਵ ਨਹੀਂ ਹੈਗਾ। ਜੇ ਸੁੱਖ ਦਿੱਤਾ ਹੈ ਸਤਿਗੁਰ ਨੂੰ ਫਿਰ ਵੀ ਸ਼ੁਕਰਾਨਾ, ਜੇ ਦੁੱਖ ਦਿੱਤਾ ਤਾਂ ਵੀ ਸ਼ੁਕਰਾਨਾ। ਫਿਰ ਉਸ ਨੂੰ ਭੈ ਨਹੀਂ ਜਾਗੇ, ਉਸ ਨੂੰ ਕਿਸੇ ਦਾ ਭਉ ਨਹੀਂ, ਕਿਉਂਕਿ ਗੁਰਬਾਣੀ ਦਾ ਕਥਨ ਹੈ ਭਉ ਨਾ ਕਿਸੇ ਨੂੰ ਦੇਣਾ ਹੈ ਤੇ ਨਾ ਭਉ ਕਿਸ ਤੋਂ ਲੈਣਾ ਹੈ। ਨਿਰਭਉ ਹੋ ਕੇ, ਕਿਉਂਕਿ ਮੂਲ ਮੰਤਰ ਵਿੱਚ ਵੀ ਆਪਾਂ ਅਕਾਲ ਪੁਰਖ ਦੀ ਡੈਫੀਨੇਸ਼ਨ ਵਿੱਚ ਪੜ੍ਹਦੇ ਹਾਂ, ਸਾਧ ਸੰਗਤ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਨਿਰਭਉ ਅਕਾਲ ਪੁਰਖ ਨਿਰਭਉ ਹੈ। ਤੇ ਉਸ ਦੇ ਨਾਲ ਨਾਲ ਉਹ ਜਿਹੜੇ ਸਾਧ ਸੰਗਤ ਜੀ ਗੁਣ ਹਨ ਨਾ ਮੂਲ ਮੰਤਰ ਦੇ ਵਿੱਚ, ਉਹ ਸਮਝ ਲਏ ਜਾਣ ਤਾਂ ਸਾਧ ਸੰਗਤ ਉਹ ਇੱਕ ਗੁਰਸਿੱਖ ਦੇ ਵੀ ਗੁਣ ਹਨ ਕਿ ਜਿਹੜਾ ਗੁਰਸਿੱਖ ਹੈ ਉਹ ਵੀ ਨਿਰਵੈਰ ਹੋਣਾ ਚਾਹੀਦਾ ਹੈ, ਉਹ ਵੀ ਅਜੂਨੀ ਭਾਵ ਜੂਨਾ ਤੋਂ ਰਹਿਤ ਹੋ ਜਾਣਾ ਚਾਹੀਦਾ ਹੈ ਅਕਾਲ ਪੁਰਖ ਦੇ ਨਾਲ ਜੁੜ ਕੇ। ਇਹਦੇ ਵਾਸਤੇ ਆਪਾਂ ਨਾ ਜਾਈਏ, ਸਤਿਗੁਰ ਨਿਰਭਉ ਦੇ ਨਾਲ ਜੁੜਨਾ ਕਰਦੇ ਹਨ। ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਖੁਸ਼ੀ ਤੇ ਗਮੀ ਤੋਂ ਉਹ ਅਲੱਗ ਉੱਪਰ ਹੀ ਚੱਲਦਾ ਹੈ, ਉਸ ਨੂੰ ਗਮੀ ਤੇ ਖੁਸ਼ੀ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ। ਨਾ ਉਸ ਨੂੰ ਕਿਸੇ ਦੀ ਨਿੰਦਿਆ ਕਰਨ ਤੇ ਦੁੱਖ ਹੁੰਦਾ ਹੈ, ਨਾ ਕੋਈ ਉਹਦੀ ਉਸਤਤ ਕਰ ਦੇਵੇ ਤਾਂ ਉਹ ਫੁੱਲਿਆ ਨਹੀਂ ਸਮਾਂਦਾ, ਤੇ ਨਾ ਹੀ ਉਹਨੂੰ ਕਿਸੇ ਚੀਜ਼ ਦਾ ਲੋਭ ਹੁੰਦਾ ਹੈ, ਨਾ ਮੋਹ ਹੁੰਦਾ ਹੈ, ਨਾ ਅਭਿਮਾਨ ਹੁੰਦਾ ਹੈ। ਸਾਧ ਸੰਗਤ ਆਸਾ ਮਨਸਾ ਸਗਲ ਤਿਆਗੇ, ਜਿਹੜਾ ਆਸਾ ਵੀ ਤਿਆਗ ਦੇ ਆਪਣੀ ਮਨ ਦੀਆਂ ਤੇ ਮਨਸਾ ਮਨ ਦੀਆਂ ਜੋ ਕਲਪਨਾਵਾਂ ਉਹ ਵੀ ਤਿਆਗ ਦੇਵੇ। ਜਗ ਤੇ ਰਹੇ ਨਿਰਾਸਾ, ਭਾਵ ਕਿ ਜਗ ਤੋਂ ਰਹਿਤ ਹੋ ਕੇ ਜਗ ਦੇ ਨਾਲ ਜੁੜ ਕੇ ਨਾ ਅਕਾਲ ਪੁਰਖ ਦੇ ਨਾਲ ਜੁੜੇ। ਸਾਧ ਸੰਗਤ ਫਿਰ ਸਤਿਗੁਰ ਕਹਿੰਦੇ ਹਨ ਕਾਮ ਕ੍ਰੋਧ ਜੇ ਪਰਸੇ ਨਾ ਹਨ ਤੇ ਘਟ ਬ੍ਰਹਮ ਨਿਵਾਸਾ। ਤੇ ਉਸ ਜੀਵ ਨੂੰ ਜਿਹੜੇ ਵਿਕਾਰ ਹਨ ਨਾ ਕਾਮ ਕ੍ਰੋਧ ਵਾਲੇ ਉਹ ਨਹੀਂ ਵਿਆਪਦੇ ਤੇ ਉਹਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਗੁਰ ਕਿਰਪਾ ਜੇ ਨਰਕੋ ਕੀਨੀ, ਇਹ ਸਾਰੇ ਗੁਣ ਕਿਹਦੇ ਵਿੱਚ ਆਉਂਦੇ ਹਨ? ਸਾਧ ਸੰਗਤ ਇਤਨੇ ਉੱਤਮ ਗੁਣ ਧਾਰਨ ਕਰਨ ਵਾਸਤੇ ਕੀ ਚਾਹੀਦਾ ਹੈ?
ਇਹਦੇ ਵਾਸਤੇ ਸਤਿਗੁਰ ਕਹਿੰਦੇ ਗੁਰ ਕਿਰਪਾ। ਜਦੋਂ ਕਿਸੇ ਦੇ ਉੱਪਰ ਗੁਰੂ ਦੀ ਕਿਰਪਾ ਹੁੰਦੀ ਹੈ ਨਾ, ਫਿਰ ਇਹ ਗੁਣ ਜੀਵਨ ਵਿੱਚ ਧਾਰਨ ਕੀਤੇ ਜਾ ਸਕਦੇ ਹਨ। ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਇਹ ਜੁਗਤੀ ਹੈ। ਸਾਧ ਸੰਗਤ ਕਈ ਵਾਰੀ ਕੋਈ ਕੰਮ ਕਰਨਾ ਹੋਵੇ ਨਾ, ਤੇ ਆਪਾਂ ਕਹਿੰਦੇ ਆ ਕੋਈ ਜੁਗਤ ਲੜਾ ਲਈਏ। ਕਈ ਵਾਰ ਤਾਂ ਕੰਮ ਹੁੰਦੇ ਹਨ ਕਿ ਆਪਾਂ ਤਜਰਬੇ ਦੇ ਅਨੁਸਾਰ ਕਰਦੇ ਹਾਂ, ਕਈ ਵਾਰੀ ਜੁਗਤੀ ਲੱਗ ਜਾਂਦੀ ਹੈ। ਕਈ ਵਾਰੀ ਤੁਹਾਡੀ ਕਿਸੇ ਦੀ ਗੱਡੀ ਰਾਹ ਵਿੱਚ ਖਰਾਬ ਹੋ ਜਾਵੇ, ਮਕੈਨਿਕ ਨਾ ਲੱਭੇ, ਤੁਸੀਂ ਬਸ ਆਪਣੇ ਤੌਰ 'ਤੇ ਹੱਥ ਪੱਲਾ ਮਾਰਦੇ ਹੋ, ਜੁਗਤ ਲਗਾਉਂਦੇ ਹੋ ਤੇ ਗੱਡੀ ਫਿਰ ਸਟਾਰਟ ਹੋ ਜਾਂਦੀ ਹੈ। ਕਹਿਣ ਦਾ ਮੰਤਵ ਇਹੀ ਕਿ ਕਈ ਵਾਰੀ ਜੁਗਤ ਸਾਡੇ ਕੋਲ ਹੋਵੇ ਨਾ, ਇਹ ਵੀ ਸਤਿਗੁਰਾਂ ਦੇ ਗੁਣ ਸਾਧ ਸੰਗਤ 'ਚ ਅਪਣਾਉਣ ਵਿੱਚ ਇੱਕ ਜੁਗਤੀ ਹੈ। ਗੁਰੂ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਜੁਗਤ ਨੂੰ ਇੱਕ ਰਸਤਾ ਵੀ ਕਿਹਾ ਜਾ ਸਕਦਾ ਹੈ। ਉਹ ਰਸਤਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ। ਫਿਰ ਕੀ ਹੋ ਜਾਂਦਾ ਹੈ ਕਿ ਫਿਰ ਪਰਮਾਤਮਾ ਦੇ ਨਾਲ ਅਸੀਂ ਅਭੇਦ ਹੋ ਜਾਂਦੇ ਹਾਂ, ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਉਸ ਅਕਾਲ ਪੁਰਖ ਦੀ ਜੋਤ ਹਾਂ। ਸਾਨੂੰ ਆਪਣਾ ਮੂਲ ਪਛਾਣਨ ਦੀ ਲੋੜ ਹੈ। ਮੂਲ ਤੋਂ ਭਾਵ ਸਾਡੀ ਜੜ, ਰੂਟ, ਕਿੱਥੋਂ ਅਸੀਂ ਉਪਜੇ ਹਾਂ। ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਜੋਤ ਗੁਰੂ ਦੇ ਨਾਲ ਕੋਈ ਭਿੰਨ ਨਹੀਂ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹ। ਅਸੀਂ ਇਹ ਨਾ ਸੋਚੀਏ ਕਿ ਕੋਈ ਮਨੁੱਖ ਹੈ, ਕਿਉਂਕਿ ਜਿਹੜਾ ਹਰ ਨੂੰ ਸੇਵਦਾ ਹੈ, ਪਰਮਾਤਮਾ ਨੂੰ ਸਿਮਰਦਾ ਹੈ, ਉਹ ਉਹਦੇ ਵਰਗਾ ਹੀ ਹੋ ਜਾਂਦਾ ਹੈ। ਸਤਿਗੁਰ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਅਸੀਂ ਅਕਾਲ ਪੁਰਖ ਦੇ ਰੂਪ ਹਾਂ, ਇੱਕ ਪਾਣੀ ਦੀ ਤਰ੍ਹਾਂ। ਜਿਵੇਂ ਕਿ ਇੱਕ ਸਾਗਰ ਦੇ ਵਿੱਚੋਂ ਇੱਕ ਜੱਗ ਪਾਣੀ ਕੱਢ ਲਿਆ ਜਾਵੇ, ਉਸ ਜੱਗ ਵਿੱਚ ਪਾਣੀ ਹੈ, ਫਿਰ ਮੁੜ ਕੇ ਜਦੋਂ ਉਸ ਨੂੰ ਅਸੀਂ ਕਹਾਂਗੇ ਇਹ ਜੱਗ ਵਿੱਚ ਵਾਟਰ ਹੈ, ਪਾਣੀ ਹੈ, ਉਸ ਦੀ ਅਸੀਂ ਪਛਾਣ ਕਰਾਂਗੇ। ਪਰ ਜਦੋਂ ਉਹ ਪਾਣੀ ਮੁੜ ਸਾਗਰ ਦੇ ਵਿੱਚ ਪਾ ਦਿੱਤਾ ਜਾਵੇ, ਸਮੁੰਦਰ ਦੇ ਵਿੱਚ ਪਾ ਦਿੱਤਾ ਜਾਵੇ, ਫਿਰ ਅਸੀਂ ਉਹ ਜੱਗ ਵਾਲਾ ਪਾਣੀ ਲੱਭ ਨਹੀਂ ਸਕਦੇ ਕਿ ਕਿੱਥੇ ਹੈ। ਜੱਗ ਵਿੱਚ ਪਿਆ ਸਮਝੇਗਾ ਕਿ ਅਲੱਗ ਤੌਰ 'ਤੇ ਪਿਆ ਹੈ ਜੱਗ ਵਿੱਚ ਪਾਣੀ, ਪਰ ਜਦੋਂ ਉਹੀ ਪਾਣੀ ਸਾਧ ਸੰਗਤ ਸਮੁੰਦਰ ਵਿੱਚ ਪਾ ਦਿੱਤਾ ਜਾਵੇਗਾ, ਉਹ ਸਮੁੰਦਰ ਦਾ ਹੀ ਰੂਪ ਬਣ ਜਾਵੇਗਾ। ਜਦੋਂ ਕਿ ਅਸੀਂ ਪਰਮਾਤਮਾ ਦੇ ਨਾਲ ਜੁੜਾਂਗੇ ਨਾ, ਅਸੀਂ ਵੇਖਦੇ ਕਿ ਪਰਮਾਤਮਾ ਸਾਡੇ ਤੋਂ ਅਲੱਗ ਹੈ। ਅਸੀਂ ਆਪਣੇ ਮਨ ਵਿੱਚ, ਮਾਈਂਡ ਵਿੱਚ ਸੋਚਦੇ ਹਾਂ ਕਿ ਪਰਮਾਤਮਾ ਇੱਦਾਂ ਦਾ ਹੋਏਗਾ, ਡਿਸਕ੍ਰਾਈਬ ਕਰਦੇ ਹਾਂ ਪਰਮਾਤਮਾ ਨੂੰ। ਅਤੇ ਸਤਿਗੁਰ ਕਹਿੰਦੇ ਹਨ ਕਿ ਪਰਮਾਤਮਾ ਵਿੱਚ ਅਤੇ ਤੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਘੱਟ ਘੱਟ ਮੈਂ ਹਰ ਜੂ ਬਸੈ, ਨੌਵੇਂ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਨਾ ਆਪਾਂ, ਕਿ ਉਹਦੇ ਵਿੱਚ ਦੱਸਿਆ ਸਤਿਗੁਰ ਕਹਿੰਦੇ ਘੱਟ ਘੱਟ ਵਿੱਚ ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਵਸ ਰਿਹਾ ਹੈ। ਸੋ ਸਤਿਗੁਰਾਂ ਨੇ ਸਾਨੂੰ ਇਹੀ ਦੱਸਣਾ ਕੀਤਾ ਕਿ ਸੰਸਾਰੀ ਮੋਹ ਨੂੰ ਤਿਆਗ ਕੇ ਅਕਾਲ ਪੁਰਖ ਨਾਲ ਅਭੇਦ ਹੋ ਜਾਈਏ। ਗੱਲ ਕਰੀਏ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਬਾਰੇ। ਸਾਧ ਸੰਗਤ, ਗੁਰੂ ਤੇਗ ਬਹਾਦਰ ਜੀ ਜਦੋਂ ਬਕਾਲਾ ਤੋਂ ਬਾਬੇ ਬਕਾਲੇ ਦਾ ਨਾਮ ਤਾਂ ਚੱਲਿਆ, ਸਾਧ ਸੰਗਤ ਪਿਛਲੇ ਦੌਰਾਨ ਸਰਵਣ ਕੀਤਾ ਕਿ 8ਵੇਂ ਪਾਤਸ਼ਾਹ ਨੇ ਕਿਹਾ ਕਿ ਬਾਬਾ ਬਕਾਲੇ। ਪਿੰਡ ਦਾ ਨਾਮ ਪਹਿਲਾਂ ਬਾਬਾ ਬਕਾਲਾ ਨਹੀਂ, ਸਿਰਫ ਬਕਾਲਾ ਸੀ। ਬਾਬਾ ਤਾਂ ਕਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ 8ਵੇਂ ਪਾਤਸ਼ਾਹ ਦੇ ਦਾਦਾ ਜੀ ਲੱਗਦੇ ਸਨ ਰਿਸ਼ਤੇਦਾਰੀ 'ਚ। ਉਹਨਾਂ ਨੇ ਕਿਹਾ ਬਾਬਾ ਬਕਾਲੇ। ਕਿ ਉਹਨਾਂ ਨੇ ਪੁੱਛਿਆ ਗੁਰੂ ਅਗਲਾ ਕੌਣ ਹੈ? ਉਹਨਾਂ ਨੇ ਕਿਹਾ ਕਿ ਬਾਬਾ ਬਕਾਲੇ, ਕਿ ਬਕਾਲੇ ਵਿੱਚ ਬਾਬਾ ਹੈ, ਕਿ ਉਹ ਗੁਰੂ ਹਨ। ਅਤੇ ਗੁਰੂ ਜਦੋਂ ਪ੍ਰਗਟ ਹੋਏ ਸਾਧ ਸੰਗਤ, ਅਤੇ 9ਵੇਂ ਪਾਤਸ਼ਾਹ ਦੇ ਰੂਪ ਵਿੱਚ ਜਦੋਂ ਗੁਰਗੱਦੀ 'ਤੇ ਸੁਭਾਇਮਾਨ ਹੋਏ ਹਨ, ਸਤਿਗੁਰਾਂ ਨੇ ਸੰਸਾਰ ਨੂੰ ਤਾਰਨਾ ਕੀਤਾ। ਉਸ ਸਮੇਂ ਸੀ ਮੁਗਲਾਂ ਦਾ ਰਾਜ, ਜੋ ਕਿ ਕੱਟੜਵਾਦੀ ਮੁਗਲ ਸਨ। ਸਾਧ ਸੰਗਤ, ਉਹਨਾਂ ਦੀ ਸੋਚ ਇਹ ਸੀ ਕਿ ਹਰ ਇੱਕ ਜੀਵ ਮੁਸਲਮਾਨ ਬਣੇ। ਕੋਈ ਵੀ ਸੰਸਾਰ ਦੇ ਵਿੱਚ ਹੋਰ ਧਰਮ ਨਹੀਂ ਹੋਣਾ ਚਾਹੀਦਾ, ਸਿਰਫ ਤੇ ਸਿਰਫ ਮੁਸਲਮਾਨ। ਐਸਾ ਹੀ ਹੁਣ ਹਿੰਦੁਸਤਾਨ ਵਿੱਚ ਹੋ ਰਿਹਾ। ਉਹ ਕਹਿੰਦੇ ਕਿ ਸਾਰੇ ਸਾਰੇ ਹਿੰਦੂ ਹੋਣੇ ਚਾਹੀਦੇ ਹਨ, ਕੋਈ ਹੋਰ ਨਹੀਂ। ਪਰ ਜੋ ਸਿੱਖ ਧਰਮ ਹੈ, ਸਿਰਫ ਤੇ ਸਿਰਫ ਉਹੀ ਧਰਮ ਹੈ ਕਿ ਕਹਿੰਦਾ ਹੈ ਕਿ ਮੁਸਲਮਾਨ ਆਪਣੇ ਧਰਮ ਵਿੱਚ ਮੁਸਲਮਾਨ ਪੱਕਾ ਰਹੇ, ਹਿੰਦੂ ਆਪਣੇ ਧਰਮ ਵਿੱਚ ਹਿੰਦੂ ਪੱਕਾ ਰਹੇ, ਕ੍ਰਿਸਚਨ ਆਪਣੇ ਧਰਮ ਵਿੱਚ ਕ੍ਰਿਸਚਨ ਪੱਕਾ ਰਹੇ, ਅਤੇ ਸਿੱਖ ਆਪਣੇ ਧਰਮ ਵਿੱਚ ਸਿੱਖ ਪੱਕਾ ਰਹੇ। ਕਿਸੇ ਦੇ ਧਰਮ ਵਿੱਚ ਇੰਟਰਫੇਅਰ ਨਹੀਂ ਕਰਦੇ। ਚਲੋ ਉਸ ਪਾਸੇ ਆਪਾਂ ਵਿਚਾਰ ਨਾਲ ਜਾਈਏ। ਗੁਰੂ ਤੇਗ ਬਹਾਦਰ ਗੁਰਗੱਦੀ 'ਤੇ ਸੁਭਾਇਮਾਨ, ਗੋਬਿੰਦ ਰਾਏ ਜੋ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਣੇ, 9 ਸਾਲ ਦੀ ਲਗਭਗ ਉਮਰ ਦੱਸੀ ਜਾਂਦੀ ਹੈ। ਅਤੇ ਉਹਨਾਂ ਦੇ ਕੋਲ ਇਤਿਹਾਸ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ, ਕੁਝ ਕੁ ਪੰਡਤ ਆਏ। ਅਤੇ ਸਾਧ ਸੰਗਤ, ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਉਹਦੇ ਵਿੱਚ 16 ਮੁੱਖ ਪੰਡਤ ਵੀ ਆਏ। ਉਹ ਕਿੱਥੋਂ ਦੇ ਸਨ? ਉਹ ਸਨ ਹਰਿਦੁਆਰ ਦੇ, ਉਹ ਸਨ ਸੋਮਨਾਥ ਮੰਦਰਾਂ ਦੇ। ਭਾਰਤੀ ਜਿੱਥੇ ਜਿੱਥੇ ਵੀ ਵੱਡੇ ਪੈਰੋਕਾਰ ਉਹਨਾਂ ਦੇ ਸਨ, ਮੇਨ ਉਹ 16 ਉਹਨਾਂ ਦੀ ਗਿਣਤੀ ਸੀ। ਅਤੇ ਬਾਕੀ ਜੋ ਕਮਿਊਨਿਟੀ ਸੀ ਉਹਨਾਂ ਦੀ 500 ਦੇ ਲਗਭਗ, ਉਹ ਉਹਨਾਂ ਦੇ ਕੋਲ ਆ ਕੇ ਬੇਨਤੀ ਕਰਨ ਆਏ। ਇੱਥੇ ਇੱਕ ਗੱਲ ਆਉਂਦੀ ਹੈ ਸਾਧ ਸੰਗਤ, ਵਿਚਾਰ ਕਰੀਏ
ਕਿ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਕਿਉਂ ਆਏ। ਇੱਥੇ ਵਿਚਾਰ ਕਰਨ ਵਾਲੀ ਗੱਲ ਹੈ, ਪਰ ਕਈ ਇਤਿਹਾਸਕਾਰ ਜਾਂ ਲੇਖਕ ਲਿਖਦੇ ਹਨ ਕਿ ਉਹ ਅਮਰਨਾਥ ਦੀ ਯਾਤਰਾ ਤੇ ਪਹੁੰਚੇ, ਉੱਥੋਂ ਉਹਨਾਂ ਦੀ ਭਵਿੱਖਬਾਣੀ ਹੋਈ। ਸਾਸਨ ਨਹੀਂ, ਐਸਾ ਕੁਝ ਵੀ ਨਹੀਂ ਹੈ। ਜੇਕਰ ਭਵਿੱਖਬਾਣੀ ਹੋਈ ਤੇ ਸ਼ਿਵ ਜੀ ਨੇ ਕੀ ਆਰਡਰ ਲਾ ਦਿੱਤਾ ਗੁਰੂ ਤੇਗ ਬਹਾਦਰ ਨੂੰ ਕਿ ਹਾਂ ਜੀ ਉਹ ਸ਼ਹੀਦੀ ਦੇਣ? ਨਹੀਂ ਸਾਧ ਸੰਗਤ, ਐਸਾ ਨਹੀਂ ਹੋਇਆ, ਕਿਉਂਕਿ ਉਹਨਾਂ ਪੰਡਤਾਂ ਦਾ ਇਹ ਵੇਖਣਾ ਸੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 8 ਪਾਤਸ਼ਾਹੀਆਂ ਹੋ ਚੁੱਕੀਆਂ ਸਨ, ਤੇ ਉਹਨਾਂ ਪੰਡਤਾਂ ਨੇ, ਉਹਨਾਂ ਹਿੰਦੂ ਧਰਮ ਦੇ ਜੀਵਾਂ ਨੇ ਇਹ ਵੇਖਿਆ ਸੀ ਕਿ ਜਿਹੜੇ ਸਿੱਖ ਧਰਮ ਦੇ ਪੈਰੋਕਾਰ ਹੁੰਦੇ ਹਨ ਨਾ, ਉਹ ਸਿਰਫ ਤੇ ਸਿਰਫ ਸਿੱਖ ਧਰਮ ਵਾਸਤੇ ਹੀ ਨਹੀਂ ਕਰਦੇ ਕੁਝ, ਉਹ ਦੂਜੇ ਧਰਮਾਂ ਵਾਸਤੇ ਵੀ ਆਪਣਾ ਬਲਿਦਾਨ ਦੇ ਦਿੰਦੇ ਹਨ, ਯੋਗਦਾਨ ਪਾ ਦਿੰਦੇ ਹਨ। ਉਹਨਾਂ ਦੇ ਮਨ ਵਿੱਚ ਵਿਸ਼ਵਾਸ ਸੀ। ਇਸ ਵਿਸ਼ਵਾਸ ਨੂੰ ਲੈ ਕੇ ਕਸ਼ਮੀਰੀ ਪੰਡਤ ਤੇ 16 ਮੁਖੀ ਪੰਡਤ ਪੂਰੇ ਹਿੰਦੁਸਤਾਨ ਦੇ ਉਹ ਪਹੁੰਚੇ ਹਨ, ਆ ਕੇ ਬੇਨਤੀ ਕਰਨ ਲੱਗੇ ਹਨ। ਤੇ ਸਾਧ ਸੰਗਤ, ਇੱਥੇ ਆਪਾਂ ਇੱਕ ਸੋਚ ਵਿਚਾਰ ਕਰੀਏ ਕਿ ਉਹਨਾਂ ਗੈਰ ਮਤ ਵਾਲਿਆਂ ਨੂੰ ਸਾਡੇ ਗੁਰੂ ਤੇਗ ਬਹਾਦਰ ਜੀ ਉੱਪਰ ਇਤਨਾ ਵਿਸ਼ਵਾਸ ਸੀ, ਤੇ ਕੀ ਉਹ ਵਿਸ਼ਵਾਸ ਸਾਡੇ ਵਿੱਚ ਹੈ? ਅਸੀਂ ਸਿੱਖ ਹੋ ਕੇ, ਮੈਂ ਇੱਥੇ ਫਿਰ ਗੱਲ ਆ ਜਾਂਦੀ ਹੈ, ਇੱਕ ਜਗ੍ਹਾ ਕਥਾ ਕਰ ਰਹੇ ਸੀ ਵਿਚਾਰ, ਉਹ ਕਹਿੰਦੇ ਗਿਆਨੀ ਜੀ ਇੱਥੇ ਨਹੀਂ ਕੁਝ ਹੁੰਦਾ ਇੰਗਲੈਂਡ ਵਿੱਚ, ਤੁਸੀਂ ਨਾ ਹੋਰ ਗੱਲ ਕਰੋ। ਮੈਂ ਕਿਹਾ ਜੀ ਮੈਂ ਕਿਸੇ ਦੇ ਉੱਪਰ ਕਿੰਤੂ ਪਰੰਤੂ ਨਹੀਂ, ਪਰ ਜੋ ਸਿੱਖ ਕੌਮ ਵਿੱਚ ਹੋ ਰਿਹਾ ਉਹਦੇ ਵਤੀਰੇ ਬਾਰੇ ਦੱਸ ਰਿਹਾ। ਸਿੱਖ ਕੌਮ ਸਿਰਫ ਇੰਗਲੈਂਡ ਵਿੱਚ ਹੀ ਨਹੀਂ, ਹਿੰਦੁਸਤਾਨ ਵਿੱਚ ਵੀ ਸਾਰੇ ਥਾਵਾਂ ਤੇ ਸਿੱਖ ਕੌਮ ਬਾਰੇ ਗੱਲ ਆਪਾਂ ਕਰ ਰਹੇ ਹਾਂ ਕਿ ਸਿੱਖ ਕੌਮ ਕਿਉਂ ਕਰਦੀ ਹੈ ਇਸ ਤਰ੍ਹਾਂ, ਕਿ ਅਸੀਂ ਉਹ ਪਿਆਰ ਸਤਿਕਾਰ ਗੁਰੂ ਦਾ ਭਰੋਸਾ ਰੱਖਦੇ ਹਾਂ। ਫਿਰ ਉੱਥੇ ਇੱਕ ਗੱਲ ਆ ਜਾਂਦੀ ਹੈ ਕਿ ਗੁਰੂ ਦੇ ਵਿੱਚ ਸਾਨੂੰ ਭਰੋਸਾ ਜੇ ਹੋਵੇਗਾ ਨਾ, ਫਿਰ ਸਾਨੂੰ ਉਹਨਾਂ ਕੋਲ ਸਿੱਖਣਾ ਚਾਹੀਦਾ ਹੈ, ਉਹਨਾਂ ਪੰਡਤਾਂ ਤੋਂ ਜਿਨ੍ਹਾਂ ਨੇ ਕੋਈ ਲਿਖਤ ਪੜਤ ਨਹੀਂ ਕਰਾਈ ਕਿ ਗੁਰੂ ਤੇਗ ਬਹਾਦਰ ਜੀ ਤੁਸੀਂ ਇੱਥੇ ਸਾਈਨ ਕਰੋ ਪੱਕੇ ਕਿ ਹਾਂ ਜੀ ਤੁਸੀਂ ਸਾਡੇ ਵਾਸਤੇ ਸ਼ਹਾਦਤ ਦੇਵੋਗੇ। ਉਹਨਾਂ ਨੇ ਸਿਰਫ ਭਰੋਸਾ ਰੱਖਿਆ। ਭਰੋਸਾ ਕਿਉਂ ਰੱਖਿਆ? ਕਿ ਉਹਨੂੰ ਇਹ ਪਤਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਅਸੀਂ ਬੇਨਤੀ ਕੀਤੀ ਹੈ ਨਾ, ਤੇ ਗੁਰੂ ਤੇਗ ਬਹਾਦਰ ਸਾਡਾ ਸਾਥ ਜ਼ਰੂਰ ਨਿਭਾਉਣਗੇ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਪੰਡਤਾਂ ਨੂੰ ਕਿਹਾ, ਭਾਈ ਤੁਸੀਂ ਇਸ ਤਰ੍ਹਾਂ ਕਰੋ, ਉਸ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸਾਡੇ ਮੁਖੀ ਗੁਰੂ ਤੇਗ ਬਹਾਦਰ ਜੀ ਹਨ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਦਿਓ ਤੇ ਅਸੀਂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਸਾਡੇ ਨਾਲ ਤੁਹਾਡਾ ਕੋਈ ਤਾਲੁਕ ਨਹੀਂ, ਸਿਰਫ ਸਾਡਾ ਗੁਰੂ ਤੇਗ ਬਹਾਦਰ ਨਾਲ ਤਾਲੁਕ ਹੈ। ਜੇਕਰ ਤੁਸੀਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਦਿੰਦੇ ਹੋ ਤਾਂ ਅਸੀਂ ਮੁਸਲਮਾਨ ਆਪਣੇ ਆਪ ਸਾਰੇ ਬਣ ਜਾਵਾਂਗੇ। ਔਰੰਗਜ਼ੇਬ ਬੜਾ ਮੁਸਕਰਾਇਆ, ਖੁਸ਼ ਹੋਇਆ ਸੁਣ ਕੇ। ਸਾਧ ਸੰਗਤ ਦਿੱਲੀ ਤੋਂ ਫਰਮਾਨ ਆ ਗਿਆ ਹੈ। ਤੇ ਸਾਧ ਸੰਗਤ ਇੱਥੇ ਇੱਕ ਗੱਲ ਜੋੜਾ, ਜਦੋਂ ਗੁਰੂ ਤੇਗ ਬਹਾਦਰ ਚੱਲਣ ਲੱਗੇ ਨਾ, ਸੰਖੇਪ ਵਿੱਚ ਵਰਣਨ ਕਰਨਾ ਕਿਉਂਕਿ ਸਮਾਂ ਸੀਮਤ ਹੈ, ਫਿਰ ਭਾਈ ਸੁਣਾ ਨੇ ਕੀਰਤਨ ਨਾਲ ਵੀ ਜੋੜਨਾ ਹੈ। ਸਮਾਂ ਵਧੀਕ ਨਾ ਲਵਾ ਕਿ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਨੂੰ ਕਹਿੰਦੇ, ਪੁੱਤਰ ਕਹਿੰਦੇ ਮਾਤਾ ਕੀ ਕਰ ਸਕਦਾ ਹਾਂ, ਮੈਂ ਸਾਰੀ ਜ਼ਿੰਦਗੀ ਤੇਰੇ ਵਾਸਤੇ ਕੁਝ ਨਹੀਂ ਕੀਤਾ, ਹੁਣ ਦੱਸ ਮੈਂ ਤੇਰੇ ਵਾਸਤੇ ਕੀ ਕਰਾਂ। ਸਾਧ ਸੰਗਤ ਇਹ ਹੈ ਨਿਮਰਤਾ, ਪਿਆਰ, ਸਤਿਕਾਰ ਮਾਤਾ ਪਿਤਾ ਦਾ। ਮਾਤਾ ਨਾਨਕੀ ਜੀ ਬਜ਼ੁਰਗ ਹਨ, ਉਮਰ ਤੋਂ ਵਧੇਕ ਹੋ ਚੁੱਕੇ ਹਨ। ਕਹਿੰਦੇ ਕਿ ਪੁੱਤਰ ਮੈਂ ਚਾਹੁੰਦੀ ਹਾਂ ਕਿ ਜਿਵੇਂ ਹੱਸਦਾ ਖਿਲਦਾ ਚਿਹਰਾ ਤੂੰ ਹੁਣ ਲੈ ਕੇ ਜਾ ਰਿਹਾ ਨਾ, ਇਹਦਾ ਖਿਲਦਾ ਚਿਹਰਾ ਵਾਪਸ ਮੁੜ ਆਵੇ, ਮੈਂ ਇਹ ਚਾਹੁੰਦੀ ਹਾਂ। ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਤਾ ਸੀ ਕਿ ਸ਼ਹਾਦਤ ਹੋਣੀ ਹੈ, ਮਾਤਾ ਨੂੰ ਵੀ ਪਤਾ ਸੀ ਸ਼ਹਾਦਤ ਹੋਣੀ ਹੈ, ਪਰ ਸਤਿਗੁਰਾਂ ਨੇ ਇਹ ਕਰਨਾ ਕੀਤਾ ਕਿ ਭਾਈ ਕਿ ਇਹ ਮੁੜਦਾ ਬੋਲ ਜੋ ਹੈ, ਕਹਿੰਦੇ ਹਨ ਕਿ ਮੁੜਦਾ ਚਿਹਰਾ ਫਿਰ ਹੱਸੂ ਮੈਂ ਦੇਖਾਂ, ਇਹ ਕਿਵੇਂ ਹੋਵੇਗਾ। ਫਿਰ ਬਾਲ ਗੋਬਿੰਦ ਰਾਏ ਜੀ ਜੋ ਖੜੇ ਹਨ ਨਾਲ, ਫਿਰ ਭਾਈ ਜੈਤਾ ਜੀ ਨੂੰ ਨਾਲ ਤੋਰਿਆ। ਉਹਨਾਂ ਦੀ ਡਿਊਟੀ ਲਾ ਦਿੱਤੀ ਕਿ ਜਦੋਂ ਸ਼ਹਾਦਤ ਹੋਵੇ ਤੁਸੀਂ ਗੁਰੂ ਦਾ ਸੀਸ ਇਸੇ ਤਰ੍ਹਾਂ ਮੁੜ ਵਾਪਸ ਲੈ ਕੇ ਆਉਣਾ। ਪਹਿਲਾਂ ਡਿਊਟੀ ਲੱਗ ਚੁੱਕੀ ਸੀ। ਸਾਧ ਸੰਗਤ ਫਿਰ ਜਦੋਂ ਗੁਰੂ ਤੇਗ ਬਹਾਦਰ ਤੁਰੇ ਹਨ, ਪੜਾਅ ਦਰ ਪੜਾਅ ਚੱਲਦੇ, ਬਹੁਤ ਹਿਸਟਰੀ ਲੰਬੀ ਹੈ। ਜਦੋਂ ਪਹੁੰਚੇ ਹਨ ਸਾਧ ਸੰਗਤ, ਉੱਥੇ 3 ਸਿੱਖ ਵੀ ਨਾਲ ਹਨ। ਤੇ ਸਾਧ ਸੰਗਤ ਉੱਥੇ ਇੱਕ ਮੌਲਵੀ ਬੈਠਾ ਹੈ, ਜਿਹੜਾ ਉਹਨਾਂ ਦਾ ਹੈੱਡ ਮੌਲਵੀ ਹੈ, ਕਾਜੀ ਜੀ ਨੂੰ ਕਿਹਾ ਜਾਂਦਾ ਹੈ, ਜਿਵੇਂ ਕਿ ਸੁਪਰੀਮ ਕੋਰਟ ਦਾ ਜੱਜ ਹੁੰਦਾ ਹੈ। ਉਹ ਬੈਠਾ ਹੈ ਤੇ ਉਹ ਉਹਨਾਂ ਦੇ ਬਾਰੇ ਲਿਖ ਰਿਹਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਣੀਆਂ ਹਨ। ਸਾਧ ਸੰਗਤ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਜਿੰਦਾ ਚੀਰਨ ਦੀ ਲਿਖਿਆ ਗਿਆ ਸਜ਼ਾ, ਉਸ ਤੋਂ ਬਾਅਦ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਜਿੰਦਾ ਜਲਾਉਣ ਦੀ, ਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਣ ਦੀ। ਪਹਿਲਾਂ ਕਿਉਂ ਕੀਤਾ? ਸਿੱਧਾ ਡਾਇਰੈਕਟ ਤੀਜੇ 9ਵੇਂ ਪਾਤਸ਼ਾਹ ਨੂੰ ਸ਼ਹੀਦੀ ਕਿਉਂ ਨਾ ਦਿੱਤੀ? ਉਹਨਾਂ ਦੇ ਮਨ ਵਿੱਚ ਇਹ ਸੀ ਕਿ ਸ਼ਾਇਦ ਗੁਰੂ ਤੇਗ ਬਹਾਦਰ ਜੀ ਡਰ ਜਾਣਗੇ, ਜਦੋਂ ਅਸੀਂ ਇਹਨਾਂ ਨੂੰ ਇਤਨੀ ਸਜ਼ਾ ਦੇਵਾਂਗੇ ਨਾ ਕਸ਼ਟਦਾਈ, ਤੇ ਸ਼ਾਇਦ ਇਹ ਡਰ ਕੇ ਕਹਿਣਗੇ ਕਿ ਚਲੋ ਮੈਨੂੰ ਤੁਹਾਡਾ ਮੁਸਲਮਾਨ ਧਰਮ ਕਬੂਲ ਹੈ।
ਪਰ ਸਾਧ ਸੰਗਤ ਜੀ ਉਹ ਕੀ ਜਾਣਦੇ ਸਨ ਕਿ ਉਹ ਤਾਂ ਅਕਾਲ ਪੁਰਖ ਦੀ ਜੋਤ ਖੁਦ ਹਨ। ਤੇ ਸਾਧ ਸੰਗਤ ਜਦੋਂ ਮਤੀ ਦਾਸ ਜੀ ਨੂੰ ਪੁੱਛਿਆ ਗਿਆ ਕਿ ਤੇਰੀ ਕੋਈ ਆਖਰੀ ਇੱਛਾ ਹੈ, ਜੇ ਤੂੰ ਚਾਹਵੇਂ ਤਾਂ ਤੈਨੂੰ ਪੂਰਾਂ ਦੇ ਡੋਲੇ ਦੇ ਦਿੰਦੇ ਹਾਂ, ਮਲਕੀਤਾ ਦੇ ਦਿੰਦੇ ਹਾਂ, ਧਨ ਦੌਲਤ ਦੇ ਦਿੰਦੇ ਹਾਂ, ਤੂੰ ਇਹ ਸਜ਼ਾ ਤੋਂ ਬਚ ਸਕਦਾ ਹੈ। ਤੇ ਉਹ ਕਹਿੰਦੇ ਕਿ ਮੈਨੂੰ ਇਹ ਸਜ਼ਾ ਪ੍ਰਵਾਨ ਹੈ, ਤੁਸੀਂ ਆਪਣਾ ਕਰਮ ਕਰੋ। ਕਹਿੰਦੇ ਫਿਰ ਤੁਹਾਡੀ ਆਖਰੀ ਇੱਛਾ ਕੀ ਹੈ, ਕੋਈ ਹੱਲ ਕੀਤਾ ਜਾਵੇ। ਕਹਿੰਦਾ ਮੇਰਾ ਹੱਲ ਇਹੀ ਹੈ, ਮੇਰੀ ਆਖਰੀ ਇੱਛਾ ਹੈ ਕਿ ਜਦੋਂ ਤੁਸੀਂ ਮੈਨੂੰ ਚੀਰੋ ਨਾ ਆਰੇ ਦੇ ਨਾਲ ਤੇ ਮੇਰਾ ਮੁੱਖ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਲ ਹੋਵੇ। ਸਾਧ ਸੰਗਤ ਜੀ ਫਿਰ ਇੱਥੇ ਪੰਕਤੀ ਆ ਜਾਂਦੀ ਗੁਰਬਾਣੀ ਵਿੱਚ, ਕਬੀਰ ਸਾਹਿਬ ਦਾ ਸ਼ਬਦ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬਿਨਤੀ ਮੇਰੀ। ਕਬੀਰ ਸਾਹਿਬ ਨੇ ਕਦੋਂ ਲਿਖ ਦਿੱਤਾ? ਉਸ ਤੋਂ 300-400 ਸਾਲ ਪਹਿਲਾਂ ਲਿਖਿਆ ਗਿਆ ਉਹ ਸ਼ਬਦ। ਤੇ ਉਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਕੌਣ ਕਰ ਰਹੇ ਹਨ? ਭਾਈ ਮਤੀ ਦਾਸ ਜੀ। ਸੋਚਣ ਦੀ ਵਿਚਾਰਨ ਦੀ ਗੱਲ ਹੈ ਕਿ ਗੁਰਬਾਣੀ ਨੇ ਸਿਰਫ ਲਿਖਿਆ ਹੀ ਨਹੀਂ, ਉਸ ਨੂੰ ਪ੍ਰੈਕਟੀਕਲ ਤੌਰ ਤੇ ਸਿੱਖਾਂ ਨੇ ਹੰਢਾਇਆ ਵੀ ਹੈ। ਸਾਧ ਸੰਗਤ ਕਿ ਗੁਰੂ ਜਦੋਂ ਕਿ ਸ਼ਹੀਦੀ ਪ੍ਰਾਪਤ ਕਰਨ ਲੱਗੇ ਹਨ, ਸਿੱਖ ਹਨ, ਉਹਨਾਂ ਨੂੰ ਮਤੀ ਦਾਸ ਜੀ ਨੂੰ ਜਦੋਂ ਆਰੇ ਦੇ ਨਾਲ ਚੀਰਨ ਲੱਗੇ ਹਨ ਤੇ ਉਹਨਾਂ ਨੇ ਜਪਜੀ ਸਾਹਿਬ ਦਾ ਸਿਮਰਨ ਸ਼ੁਰੂ ਕਰ ਦਿੱਤਾ। ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਦੋ ਅਲੱਗ ਹਿੱਸੇ ਹੋ ਗਏ, ਉਹਨਾਂ ਵਿੱਚੋਂ ਵੀ ਗੁਰਬਾਣੀ ਦੀਆਂ ਤੁਕਾਂ ਦੀ ਉਚਾਰਨ ਹੋ ਰਿਹਾ ਹੈ। ਉਸ ਤੋਂ ਬਾਅਦ ਜਦੋਂ ਸਤੀ ਦਾਸ ਜੀ ਨੂੰ ਰੂਹ ਦੇ ਨਾਲ ਜਿੰਦਾ ਜਲਾਉਣ ਦੀ ਗੱਲ ਕੀਤੀ, ਕਹਿੰਦੇ ਕਿ ਵੇਖ ਕਿਤਨਾ ਭਾਂਬੜ ਮੱਚਦਾ ਹੈ ਰੂਹ ਦੇ ਨਾਲ, ਡਰਾ ਰਿਹਾ। ਉਹ ਕਹਿੰਦੇ ਕਿ ਭਾਈ ਤੁਹਾਡੀ ਬਾਹਰਲੀ ਅਗਰ ਇਤਨੀ ਤੇਜ਼ ਨਹੀਂ ਜਿਤਨਾ ਤੇਜ ਬਲਬਲਾ ਮੇਰੇ ਅੰਦਰ ਗੁਰੂ ਪ੍ਰਤੀ ਪਿਆਰ ਪ੍ਰਤੀ ਹੈ। ਬੋਲੇ ਸੋ ਨਿਹਾਲ। ਤੁਸੀਂ ਚਾਹੋ ਸਤਿ ਸ੍ਰੀ ਅਕਾਲ। ਤੁਸੀਂ ਚਾਹੋ ਤੇ ਮੇਰੇ ਰੂਹ ਦੇ ਨਾਲ ਪਿੰਜਣਾ ਤਾਂ ਛੋਟੀ ਸਜ਼ਾ ਹੈ, ਤੁਸੀਂ ਚਾਹੋ ਇਹ ਤੋਂ ਵੱਡੀ ਕੋਈ ਸਜ਼ਾ ਲੱਭੋ। ਸਾਧ ਸੰਗਤ ਜਦੋਂ ਸਜ਼ਾ ਦੇਣ ਲੱਗੇ ਹਨ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ, ਤੇ ਸਾਧ ਸੰਗਤਾਂ ਜੋ ਖੜੀਆਂ ਹਨ ਉਹ ਤਾਂ ਵਿਰਲਾਪ ਵਿੱਚ ਆ ਗਈਆਂ, ਬੈਰਾਗ ਵਿੱਚ ਆ ਗਈਆਂ। ਤੇ ਸਾਧ ਸੰਗਤ ਸਤੀ ਦਾਸ ਜੀ ਸ਼ਹੀਦ ਹੋ ਗਏ। ਮੈਂ ਸੰਖੇਪ ਵਿੱਚ ਵਰਣਨ ਕਰ ਰਿਹਾ ਕਿਉਂਕਿ ਸਮਾਂ ਸੀਮਤ ਹੈ ਤੇ ਆਪਾਂ ਹੋਰ ਵੀ ਵਿਚਾਰਾਂ ਗੁਰੂ ਦੀਆਂ ਸਰਵਣ ਕਰਨੀਆਂ। ਤੇ ਉਸ ਤੋਂ ਬਾਅਦ ਜਦੋਂ ਭਾਈ ਦਿਆਲਾ ਜੀ ਨੂੰ ਉਬਲਦਾ ਦੇਗ ਤਿਆਰ ਕਰਦੇ ਤੇ ਖਾ ਰਹੇ ਹਨ, ਕਹਿੰਦੇ ਵੇਖ ਦਿਆਲਾ ਕਿਤਨਾ ਪਾਣੀ ਰੇਝੇ ਖਾ ਰਿਹਾ ਹੈ, ਤੇਰਾ ਸਰੀਰ ਵੀ ਇਸ ਤਰ੍ਹਾਂ ਹੀ ਉਬਲੇਗਾ, ਵੇਖ ਕਿਤਨੀ ਅੱਗ ਹੈ ਭੜਕ ਰਹੀ ਹੈ। ਉਹ ਕਹਿੰਦੇ ਕਿ ਮੈਨੂੰ ਕੀ ਡਰਾ ਰਹੇ ਹੋ? ਕਹਿੰਦੇ ਮੈਨੂੰ ਡਰਾ ਕੀ ਰਹੇ ਹੋ? ਕਹਿੰਦਾ ਤੁਹਾਨੂੰ ਇਹ ਨਹੀਂ ਪਤਾ ਕਿ ਮੇਰੇ ਗੁਰੂ ਨੇ ਮੈਨੂੰ ਜੀਵਨ ਵਿੱਚ ਇਹ ਸਭ ਕੁਝ ਸਿਖਾ ਦਿੱਤਾ ਹੈ, ਅਸੀਂ ਇਹ ਸਭ ਕੁਝ ਸਿੱਖੇ ਹੋਏ ਹਾਂ, ਅੱਜ ਤਾਂ ਸਿਰਫ ਅਸੀਂ ਪਰਚਾ ਪਾਉਣ ਆਏ ਹਾਂ, ਅਸੀਂ ਤਾਂ ਪੜ੍ਹਾਈ ਕਰ ਲਈ ਹੋਈ ਹੈ ਇਸ ਤਰ੍ਹਾਂ ਦੀ ਸ਼ਹੀਦੀਆਂ ਦੀ, ਅਸੀਂ ਅੱਜ ਸਿਰਫ ਆਪਣਾ ਪੇਪਰ ਦੇਣ ਵਾਸਤੇ ਆਏ ਹਾਂ। ਕਿਉਂਕਿ ਪੰਜਵੇਂ ਪਾਤਸ਼ਾਹ ਨੇ ਉਬਲੀ ਦੇਗ ਵਿੱਚ ਬੈਠ ਕੇ ਸਾਨੂੰ ਦੱਸ ਦਿੱਤਾ ਕਿ ਪੁੱਤਰ ਜੇ ਸਮਾਂ ਆਇਆ ਤੇ ਤੂੰ ਵੀ ਇਸ ਤਰ੍ਹਾਂ ਉਬਲੀ ਦੇਗ ਵਿੱਚ ਨਿਰਭੈ ਹੋ ਕੇ ਡਰ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਨਾਲ ਲਿਵ ਜੋੜ ਲਈ। ਸਾਨੂੰ ਡਰਨ ਦੀ ਲੋੜ ਨਹੀਂ ਕਿ ਉਹ ਸਾਡੇ ਪਿਓ ਨੇ, ਸਾਡੇ ਪਿਤਾ ਨੇ ਸਾਨੂੰ ਇਹ ਸਿੱਖਿਆ ਦੇ ਦਿੱਤੀ ਹੋਈ ਹੈ ਕਿ ਕਿਸ ਤਰ੍ਹਾਂ ਅਸੀਂ ਸ਼ਹੀਦੀਆਂ ਪ੍ਰਾਪਤ ਕਰਨੀਆਂ। ਸਾਧ ਸੰਗਤ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸ਼ਹੀਦ ਕੀਤਾ ਗਿਆ। ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜਦੋਂ ਸ਼ਹੀਦੀ ਦੇਣ ਲੱਗੇ ਨਾ ਤੇ ਸਿਰਫ ਸੀਸ ਕਲਮ ਕਰਨ ਦੀ ਸਜ਼ਾ ਨਹੀਂ ਸੀ। ਸਾਧ ਸੰਗਤ ਉੱਥੇ ਸਜ਼ਾ ਸੀ ਕਿ ਗੁਰੂ ਮਹਾਰਾਜ ਦੇ 4 ਹਿੱਸੇ ਕੀਤੇ ਜਾਣ ਸਰੀਰ ਦੇ। ਤੇ ਦਿੱਲੀ ਦੇ 4 ਚੌਂਕ ਸਨ, ਕਸ਼ਮੀਰੀ ਚੌਂਕ, ਅਜਮੇਰੀ ਚੌਂਕ, ਇੱਕ ਹੋਰ ਚੌਂਕ ਤੇ ਨਾਲ ਇੱਕ ਦਿੱਲੀ ਚੌਂਕ। ਤੇ ਉਹਨਾਂ 4 ਚੌਕਾਂ ਦੇ ਉੱਪਰ ਗੁਰੂ ਮਹਾਰਾਜ ਦੇ ਜਿਹੜੇ ਹਿੱਸੇ ਹਨ ਕੱਟੇ ਹੋਏ ਉਹ ਟੰਗੇ ਜਾਣ, ਤਾਂ ਟੰਗੇ ਜਾਣ ਕਿ ਜਿਹੜਾ ਵੀ ਵੇਖੇ ਕਿ ਹਾਂ ਜੇ ਇਹ ਸਰਕਾਰ ਸਿੱਖ ਧਰਮ ਦੇ ਵੱਡੇ ਗੁਰੂ ਦੇ ਨਾਲ ਇੰਜ ਕਰ ਸਕਦੀ ਹੈ ਤਾਂ ਫਿਰ ਆਮ ਜਨਤਾ ਦਾ ਕੀ ਬਣੇਗਾ। ਫਿਰ ਉਹ ਡਰ ਜਾਣਗੇ, ਭੈਭੀਤ ਹੋ ਜਾਣਗੇ। ਪਰ ਸਾਧ ਸੰਗਤ ਉੱਥੇ ਕਰਮ ਕੁਝ ਹੋਰ ਵਰਤਿਆ। ਸਾਧ ਸੰਗਤ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਲੱਗੇ ਨਾ ਤੇ ਜਿਹੜਾ ਜਲਾਲੂਦੀਨ ਜਲਾਦ ਹੈ ਮੋਰੇ ਬੈਠਾ, ਉਹ ਤੇਗ ਨੂੰ ਕਿਰਪਾਨ ਨੂੰ ਇਸ ਤਰ੍ਹਾਂ ਚਮਕਾ ਰਿਹਾ ਹੈ ਤੇ ਇਸ਼ਾਰੇ ਕਰ ਰਿਹਾ ਹੈ ਕਿ ਮੈਂ ਇਸ ਤੇਗ ਦੇ ਨਾਲ ਤੇਰਾ ਸਿਰ ਕਲਮ ਕਰਨਾ ਹੈ। ਤੇ ਕਹਿੰਦੇ ਹਨ ਕਿ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਪਹਿਲੀ ਵਾਰੀ ਮੁਸਕਰਾਏ ਹਨ ਜ਼ਿੰਦਗੀ ਵਿੱਚ। ਸਾਰੀ ਜ਼ਿੰਦਗੀ ਸਤਿਗੁਰ ਬੈਰਾਗ ਮੇ ਰਹੇ ਕਿਉਂਕਿ ਉਹਨਾਂ ਦਾ ਪਹਿਲਾ ਨਾਮ ਤਿਆਗਮਲ ਸੀ। ਤੇ ਗੁਰੂ ਤੇਗ ਬਹਾਦਰ ਜੀ ਨੂੰ 6ਵੇਂ ਪਾਤਸ਼ਾਹ ਨੇ ਜਦੋਂ ਵੇਖਿਆ ਨਾ ਜੰਗ ਵਿੱਚ, ਪਹਿਲੀ ਜੰਗ ਵਿੱਚ ਤੇਗ ਚਲਾਉਂਦੇ ਆ, ਤੇ ਗੁਰੂ ਤੇਗ ਬਹਾਦਰ ਜੀ ਨੂੰ ਨਾਮ ਦਿੱਤਾ ਤੇਗ ਬਹਾਦਰ, ਕਿ ਕਿਰਪਾਨ ਦਾ ਬਹਾਦਰ ਯੋਧਾ। ਤੇ ਸਾਧ ਸੰਗਤ ਜਦੋਂ ਉਹ ਕਿਰਪਾਨ ਇੱਦਾਂ ਤਿੱਖੀ ਕਰ ਰਿਹਾ ਤੇ ਇਸ਼ਾਰੇ ਕਰ ਰਿਹਾ ਕਿ ਇਸ ਕਿਰਪਾਨ ਦੇ ਨਾਲ ਤੈਨੂੰ ਕਲਮ ਕੀਤਾ ਜਾਏਗਾ, ਸ਼ਹੀਦੀ ਕੀਤੀ ਜਾਏਗੀ। ਤੇ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ ਉਸ ਵੇਲੇ, ਪਹਿਲੀ ਵਾਰ ਕਹਿੰਦੇ ਇਤਿਹਾਸ ਕਰਕੇ ਮੁਸਕਰਾਏ। ਕਹਿੰਦੇ ਕਿ ਤੂੰ ਮੈਨੂੰ ਇਸ ਤੇਗ ਤੋਂ ਕੀ ਡਰਾ ਰਿਹਾ ਹੈ ਜਲਾਦ, ਮੇਰਾ ਤਾਂ ਨਾਮ ਹੀ ਤੇਗ ਹੈ।
ਤੇਰੀ ਤੇਗ ਦੇ ਵਿੱਚ ਇਤਨਾ ਬਲ ਨਹੀਂ ਕਿ ਇਸ ਤੇਗ ਨੂੰ ਡੁਲਾ ਸਕੇ, ਕਿਉਂਕਿ ਇਸ ਤੇਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਬਲ ਹੈ, ਇਸ ਤੇਗ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਬਲ ਹੈ, ਇਸ ਤੇਗ ਦੇ ਵਿੱਚ ਗੁਰਬਾਣੀ ਦਾ ਬਲ ਹੈ। ਇਸ ਤੇਗ ਨੂੰ ਤੇਰੀ ਤੇਗ ਡੁਲਾ ਨਹੀਂ ਸਕਦੀ। ਤੇਰੀ ਤੇਗ ਖੁੰਡੀ ਹੋ ਜਾਵੇਗੀ, ਪਰ ਇਹ ਤੇਗ ਕਦੇ ਡਰਨ ਵਾਲੀ ਨਹੀਂ ਹੈ। ਸਾਧ ਸੰਗਤ, ਜਦੋਂ ਇੱਕਦਮ ਤਿਆਰੀ ਹੋਈ ਹੈ, ਫਿਰ ਪੁੱਛਿਆ ਕਿ ਜੇ ਤੁਸੀਂ ਚਾਹੋ ਤਾਂ ਮੁਸਲਮਾਨ ਇਮਾਨ ਧਰਮ ਮੰਨ ਲਓ, ਨਹੀਂ ਤਾਂ ਤੁਹਾਨੂੰ ਸ਼ਹਾਦਤ ਦੇ ਦਿੱਤੀ ਜਾਵੇਗੀ। ਸਾਧ ਸੰਗਤ, ਕਈ ਵਾਰੀ ਮੂੰਹ ਦੇ ਵਿੱਚੋਂ ਲਫ਼ਜ਼ ਨਿਕਲ ਆਉਂਦਾ ਹੈ ਕਿ ਗੁਰੂ ਮਹਾਰਾਜ ਦੇ ਬਲਿਦਾਨ, ਅਸੀਂ ਕਹਿੰਦੇ ਨੇ ਬਲਿਦਾਨ ਦਿੱਤਾ। ਨਹੀਂ ਸਾਧ ਸੰਗਤ ਜੀ, ਲਫ਼ਜ਼ ਇਹ ਕਈ ਵਾਰ ਸਾਡੇ ਕੋਲ ਨਿਕਲ ਜਾਂਦਾ ਹੈ, ਪਰ ਬਲਿਦਾਨ ਕਹਿਣਾ ਸਹੀ ਨਹੀਂ। ਬਲੀਦਾਨ ਦਾ ਮਤਲਬ ਹੁੰਦਾ ਬਲੀਦਾਨ, ਬਲੀ ਦੇਣੀ, ਕਿ ਗੁਰੂ ਮਹਾਰਾਜ ਨੇ ਬਲੀ ਆਪਣੇ ਆਪ ਦੀ ਬਲੀ ਤਾਂ ਦਿੱਤੀ ਜਾਂਦੀ ਸੀ। ਅਸ਼ਵਮੇਧ ਜੰਗ ਹੁੰਦਾ ਨਾ, ਘੋੜੇ ਦੀ ਬਲੀ, ਨਰਮੇਧ ਜੰਗ ਉਹਦੇ ਵਿੱਚ ਮਨੁੱਖ ਦੀ ਬਲੀ। ਤੇ ਸਾਧ ਸੰਗਤ, ਗੁਰੂ ਮਹਾਰਾਜ ਨੇ ਸ਼ਹਾਦਤ ਦਿੱਤੀ, ਸ਼ਹੀਦੀ ਦਿੱਤੀ ਹੈ। ਆਪਾਂ ਲਫ਼ਜ਼ ਵਰਤ ਲੈਂਦੇ ਹਾਂ। ਇੱਥੇ ਇੱਕ ਹੋਰ ਛੋਟੀ ਗੱਲ ਸੁਣਾ ਕਿ ਜਦੋਂ ਕੋਈ ਇਮਾਰਤ ਬਣ ਲੱਗਦੀ ਹੈ ਗੁਰੂ ਘਰ ਦੀ ਜਾਂ ਧਾਰਮਿਕ, ਤੇ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਸਿੰਘ ਨੇ ਬੀੜਾ ਚੁੱਕਿਆ, ਬੀੜਾ ਚੁੱਕਿਆ। ਤੇ ਸਾਧ ਸੰਗਤ, ਬੀੜਾ ਚੁੱਕਣਾ ਵੀ ਸੇਵਾ ਨੂੰ ਤੋਹਮਤ ਕਰਨਾ ਹੈ, ਸੇਵਾ ਨੂੰ ਗਲਤ ਕਹਿਣਾ ਹੈ। ਬੀੜਾ ਚੁੱਕਣਾ ਕੀ ਹੁੰਦਾ ਸੀ, ਸਮਾਂ ਬਹੁਤਾ ਨਾ ਲਵਾਂ। ਸਾਧ ਸੰਗਤ, ਬੀੜਾ ਚੁੱਕਣ ਦਾ ਮਤਲਬ ਇਹ ਹੈ ਕਿ ਸਾਧ ਸੰਗਤ, ਇੱਕ ਮੁਸਲਮਾਨ ਵੱਡਾ ਸ਼ਾਸਕ ਛੋਟੇ ਮੁਸਲਮਾਨ ਜਦੋਂ ਸਾਦਾ ਸੀ ਨਾ, ਤੇ ਜਦੋਂ ਉਹਨੂੰ ਕੋਈ ਕੰਮ ਲਾਉਂਦਾ ਸੀ ਕਿ ਭਾਈ ਆਹ ਕੰਮ ਤੇਰੇ ਹਿੱਸੇ ਲੱਗਾ ਹੈ, ਕੀ ਤੂੰ ਇਹਨੂੰ ਮੰਨਦਾ ਹੈ? ਤੇ ਜਿਹੜਾ ਵੱਡਾ ਮੁਗਲ ਹੁੰਦਾ ਸੀ, ਮੁਗਲ ਦਾ ਸਮਰਾਜ ਰਾਜਾ ਹੁੰਦਾ ਸੀ, ਉਹਦੇ ਸਾਹਮਣੇ ਇੱਕ ਪਾਨ ਦੇ ਗੁਟਕੇ ਬਣੇ ਹੋਏ, ਬੀੜੇ ਬਣੇ ਹੋਏ ਰੱਖਦਾ ਸੀ, ਪੇਸ਼ ਕਰਦਾ ਸੀ। ਜੇ ਤੇ ਉਹ ਬੀੜਾ ਚੁੱਕ ਲੈਂਦਾ ਤੇ ਉਹ ਕਹਿੰਦਾ ਸੀ ਹਾਂ ਮੈਂ ਤੇਰਾ ਕੀਤਾ ਆਰਡਰ ਐਕਸੈਪਟ ਕਰਦਾ। ਉਹ ਬੀੜਾ ਚੁੱਕਣਾ ਤੇ ਉਹਨੇ ਮੰਨ ਲੈਣਾ ਕਿ ਮੈਂ ਤੇਰਾ ਕੰਮ ਮੰਨ ਲਿਆ। ਸਾਧ ਸੰਗਤ, ਬੀੜਾ ਹੁੰਦਾ ਪਾਨ ਦੇ ਪੱਤੇ ਤੋਂ ਬਣਿਆ ਹੋਇਆ, ਜੋ ਕਿ ਤੰਬਾਕੂ ਦੀ ਚੀਜ਼ ਹੁੰਦੀ ਹੈ। ਤੇ ਆਪਾਂ ਕਹਿ ਦਿੰਦੇ ਕਿ ਬੀੜਾ ਚੁੱਕਿਆ ਜੀ, ਉਹ ਫਲਾਣਾ ਸਿੰਘ ਨੇ ਬੀੜਾ ਚੁੱਕਿਆ, ਉਹਦਾ ਬੀੜਾ ਚੁੱਕਿਆ। ਸਾਧ ਸੰਗਤ, ਲਫ਼ਜ਼ ਨਹੀਂ ਵਰਤਣੇ ਚਾਹੀਦੇ। ਅਸੀਂ ਵਰਤਦੇ ਹਾਂ ਬਲਿਦਾਨ ਦਿੱਤਾ। ਬਲਿਦਾਨ ਸਾਧ ਸੰਗਤ ਵਰਤਣਾ ਬੜਾ ਹੀ ਗਲਤ ਹੈ। ਸ਼ਹਾਦਤ ਦਿੱਤੀ ਸਤਿਗੁਰ ਪਾਤਸ਼ਾਹ ਨੇ। ਤੇ ਸਾਧ ਸੰਗਤ, ਇੱਥੇ ਇੱਕ ਗੱਲ ਹੋਰ ਜੋੜਦਾ, ਕਹਿੰਦੇ ਕੀ ਕਹਿੰਦੇ ਆਪਾਂ, ਗੁਰੂ ਤੇਗ ਬਹਾਦਰ ਹਿੰਦੀ ਚਾਦਰ। ਸਾਧ ਸੰਗਤ ਜੀ, ਹਿੰਦੀ ਚਾਦਰ ਨਹੀਂ, ਗੁਰੂ ਮਹਾਰਾਜ ਜੀ ਇਨਸਾਨੀਅਤ ਦੀ ਚਾਦਰ ਸਨ। ਗੁਰੂ ਤੇਗ ਬਹਾਦਰ ਜਦੋਂ ਮੁਸਲਮਾਨ ਕਾਜੀ ਨੇ ਪੁੱਛਿਆ ਨਾ ਕਿ ਤੁਸੀਂ ਤਾਂ ਸਿੱਖ ਹੋ ਤੇ ਹਿੰਦੂਆਂ ਵਾਸਤੇ ਤੁਸੀਂ ਆਪਣਾ ਸ਼ਹਾਦਤ ਕਿਉਂ ਦੇਣ ਆ ਗਏ ਹੋ, ਤੁਹਾਡਾ ਤਾਂ ਇਹਨਾਂ ਨਾਲ ਕੋਈ ਤਾਲੁਕ ਨਹੀਂ ਹੈ। ਤੇ ਗੁਰੂ ਮਹਾਰਾਜ ਕਹਿੰਦੇ ਕਿ ਕਾਜੀ ਜੀ, ਤੁਸੀਂ ਕਹਿ ਰਹੇ ਹੋ ਨਾ ਕਿ ਮੇਰਾ ਇਹਨਾਂ ਕੋਈ ਨਹੀਂ ਸੰਬੰਧ ਹੈਗਾ, ਠੀਕ ਹੈ, ਮੇਰਾ ਕੋਈ ਸੰਬੰਧ ਨਹੀਂ। ਜੇਕਰ ਕੋਈ ਹਿੰਦੂ ਸ਼ਾਸਕ ਜ਼ਬਰਦਸਤੀ ਮੁਸਲਮਾਨਾਂ ਨੂੰ ਹਿੰਦੂ ਬਣਾਉਂਦਾ ਨਾ, ਤੇ ਮੈਂ ਮੁਸਲਮਾਨਾਂ ਵਾਸਤੇ ਵੀ ਸ਼ਹਾਦਤ ਦੇਣ ਲਈ ਇਸੇ ਤਰ੍ਹਾਂ ਆ ਜਾਣਾ ਸੀ। ਬੋਲੇ ਸੋਨਿਆ ਸਿੱਖ ਧਰਮ ਸਿਰਫ ਤੇ ਸਿਰਫ ਸਿੱਖੀ ਵਾਸਤੇ ਹੀ ਨਹੀਂ, ਇਨਸਾਨੀਅਤ ਵਾਸਤੇ ਜੁੜਦਾ ਹੈ। ਕਿਉਂਕਿ ਅਸੀਂ ਅਰਦਾਸ ਕਰਦੇ ਹਾਂ ਆਗੇ, ਸਿਰਫ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਵਿੱਚ ਸਿਰਫ ਸਿੱਖ ਨਹੀਂ, ਪੂਰਾ ਕਾਇਨਾਤ ਆ ਜਾਂਦੀ ਹੈ, ਸਰਬੱਤ ਸਾਰੇ। ਤੇ ਸਾਧ ਸੰਗਤ, ਫਿਰ ਜਦੋਂ ਉਹਨਾਂ ਨੂੰ ਪੁੱਛਿਆ ਨਾ ਤੂੰ ਮੁਸਲਮਾਨ ਬਣ ਜਾ, ਕਾਜੀ ਨੇ ਜਦੋਂ ਪੁੱਛਿਆ ਸ਼ਹੀਦ ਤੋਂ ਪਹਿਲਾਂ, ਤੇ ਗੁਰੂ ਮਹਾਰਾਜ ਕਹਿੰਦੇ ਕੀ ਮੁਸਲਮਾਨ ਤੇਰੇ ਵਰਗਾ ਬਣਾ, ਕੀ ਮੁਸਲਮਾਨ ਮੈਂ ਤੇਰੇ ਵਰਗਾ ਬਣਾ, ਕਿਉਂਕਿ ਤੂੰ ਕਾਜੀ ਹੈ, ਤੇਰਾ ਧਰਮ ਹੈ ਕੁਰਾਨ ਦੇ ਮੁਤਾਬਕ ਚੱਲਣਾ, ਪਰ ਤੂੰ ਕੁਰਾਨ ਦੇ ਮੁਤਾਬਕ ਨਹੀਂ ਚੱਲ ਰਿਹਾ, ਤੂੰ ਤਾਂ ਔਰੰਗਜ਼ੇਬ ਦੇ ਮੁਤਾਬਕ ਚੱਲ ਰਿਹਾ। ਜੇਕਰ ਤੂੰ ਮੈਨੂੰ ਕਹਿ ਰਿਹਾ ਮੁਸਲਮਾਨ ਬਣ ਜਾ, ਪਰ ਤੂੰ ਆਪ ਤਾਂ ਪੱਕਾ ਮੁਸਲਮਾਨ ਹੈ ਨਹੀਂ, ਤੂੰ ਆਪ ਕੁਰਾਨ ਦੇ ਮੁਤਾਬਕ ਚੱਲ ਨਹੀਂ ਰਿਹਾ, ਤੂੰ ਤਾਂ ਔਰੰਗਜ਼ੇਬ ਦੇ ਆਰਡਰ ਮੰਨ ਕੇ ਚੱਲ ਰਿਹਾ ਹੈ, ਤੇ ਕੀ ਮੈਨੂੰ ਤੂੰ ਆਪਣੇ ਵਰਗਾ ਮੁਸਲਮਾਨ ਬਣਾਉਣਾ ਚਾਹੁੰਦਾ ਹੈ? ਪਹਿਲਾਂ ਆਪ ਤਾਂ ਸੱਚਾ ਮੁਸਲਮਾਨ ਬਣ ਜਾ। ਫਿਰ ਉਸ ਨੂੰ ਕੋਈ ਜਵਾਬ ਨਹੀਂ ਆਇਆ। ਗੁਰੂ ਮਹਾਰਾਜ ਦੀ ਸ਼ਹਾਦਤ ਹੋਈ ਹੈ, ਹਨੇਰ ਚੱਖੜ ਚੱਲੇ, ਤੇ ਭਾਈ ਜੈਤਾ ਜੀ ਨੇ ਹੁਕਮ ਮੰਨਦੇ ਹੋਏ ਸਤਿਗੁਰਾਂ ਦਾ ਸੀਸ ਚੱਕਿਆ ਹੈ, ਤੇ ਉਹ ਸੀਸ ਜਦੋਂ ਵਾਪਸ ਪਰਤਿਆ ਸਾਧ ਸੰਗਤ, ਤੇ ਮਾਤਾ ਨਾਨਕੀ ਜੀ ਨੂੰ, ਤੇ ਮਾਤਾ ਨਾਨਕੀ ਜੀ ਵੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਮਾਤਾ ਨਾਨਕੀ ਜੀ ਕਿ ਹਾਂ ਕਿ ਮੇਰੇ ਪੁੱਤਰ ਨੇ ਮੇਰੇ ਬੋਲ ਪਕਾਏ। ਕਹਿਣ ਦਾ ਮਤਲਬ ਇਹੀ ਸਾਧ ਸੰਗਤ, ਸ਼ਹੀਦੀ ਦਾ ਵਿਸਥਾਰ ਕਰਨਾ, ਵਿਚਾਰ ਕਰਨਾ ਬੜਾ ਲੰਬਾ ਹੈ। ਸੰਖੇਪ ਵਿੱਚ ਇਹੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ, ਸਿਰਫ ਹਿੰਦ ਵਾਸਤੇ ਨਹੀਂ, ਤਿਲਕ ਜੰਜੂ ਵਾਸਤੇ ਨਹੀਂ, ਉਹਨਾਂ ਨੇ ਸ਼ਹਾਦਤ ਦਿੱਤੀ ਹੈ ਇਨਸਾਨੀਅਤ ਵਾਸਤੇ। ਜੇਕਰ ਇਨਸਾਨੀਅਤ ਵਾਸਤੇ ਸ਼ਹਾਦਤ ਦਿੱਤੀ ਸਤਿਗੁਰਾਂ ਨੇ, ਉਹਦੇ ਵਿੱਚ ਕੋਈ ਭੇਦ ਨਹੀਂ ਰੱਖਿਆ ਕਿ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ, ਕਿਉਂਕਿ ਗੁਰਬਾਣੀ ਦੇ ਆਧਾਰ ਤੇ ਗੁਰੂ ਚੱਲਦੇ ਸਨ। ਆਪਾਂ ਫਿਰ ਵਿਚਾਰ ਕਰੀਏ ਗੁਰੂ ਨੇ ਸ਼ਹਾਦਤ ਕਿਉਂ ਦਿੱਤੀ। ਅਸੀਂ ਹੁਣ ਆਪਾਂ ਗੱਲਾਂ ਕਰਦੇ ਹਾਂ ਕਿ ਹਿੰਦੂ ਸਾਡੇ ਨਾਲ ਹੁਣ ਖਾਰ ਖਾਂਦੇ ਹਨ, RSS ਵਾਲੇ, ਹਿੰਦੂ ਮੱਤ ਵਾਲੇ ਚਾਹੁੰਦੇ ਹਨ ਸਾਰੇ ਸਿੱਖ ਹਿੰਦੂ ਬਣਾ ਦੇਈਏ। ਉਹਨਾਂ ਦੇ ਧਰਮ ਗ੍ਰੰਥ ਨੂੰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਕਿ ਅਸੀਂ 5ਵਾਂ ਵੇਦ ਬਣਾ ਦੇਣਾ ਹੈ। ਉਹਨਾਂ ਦੇ 4 ਵੇਦ ਹਨ, ਕਿ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਵੇਦਾਂ ਦਾ ਸਾਰ ਹੈ,
ਕਿ ਨਕਲ ਕੀਤੀ ਹੈ ਗੁਰੂਆਂ ਨੇ ਵੇਦਾਂ ਦੇ ਵਿੱਚੋਂ, ਗੁਰਬਾਣੀ ਨੂੰ ਇਸ ਤਰ੍ਹਾਂ ਕਹਿੰਦੇ ਹਨ। ਉਹ ਚਾਹੁੰਦੇ ਹਨ ਕਿਸ ਤਰ੍ਹਾਂ ਕਰਨਾ, ਪਰ ਸਤਿਗੁਰਾਂ ਨੇ ਹਿੰਦ ਦੀ ਚਾਦਰ ਵਾਸਤੇ ਨਹੀਂ, ਇਨਸਾਨੀਅਤ ਦੀ ਚਾਦਰ ਵਾਸਤੇ, ਇਨਸਾਨੀਅਤ ਦੀ ਚਾਦਰ ਬਣ ਕੇ ਇਸ ਕਾਇਨਾਤ ਵਾਸਤੇ ਸ਼ਹੀਦੀ ਦਿੱਤੀ। ਤੇ ਸਾਧ ਸੰਗਤ ਉਹ ਪਿਆਰ ਸਤਿਗੁਰਾਂ ਨੇ ਗੁਰਬਾਣੀ ਦੇ ਆਧਾਰ ਤੇ ਦਿੱਤਾ, ਕਿਉਂਕਿ ਗੁਰਬਾਣੀ ਜੋ ਦੱਸਦੀ ਹੈ ਗੁਰਾਂ ਨੇ ਉਹ ਫਲਸਫੇ ਨੂੰ ਅਪਣਾਇਆ। ਕਿਉਂਕਿ ਗੁਰਬਾਣੀ ਵਿੱਚ ਕਥਨ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜਿਹੜਾ ਕਿ ਪ੍ਰਮਾਤਮਾ ਨੇ ਇਹ ਸੰਸਾਰ ਸਿਰਜਿਆ, ਮੈਂ ਇਹਦੇ ਵਿੱਚ ਨਾ ਕਿਸੇ ਨੂੰ ਵੈਰੀ ਸਮਝਦਾ ਨਾ ਮਿੱਤਰ ਸਮਝਦਾ, ਭਾਵ ਕਿ ਮੇਰੇ ਤੋਂ ਸਾਰਿਆਂ ਦਾ ਲੇਪ ਹੈ, ਮੇਰੇ ਸਾਰੇ ਆਪਣੇ ਵਾਸਤੇ ਸਮਾਂ ਸੀਮਤ ਹੋ ਗਿਆ ਕਿ ਸੋ ਅੱਗੇ ਵਿਚਾਰਾਂ ਬਹੁਤ ਲੰਬੀਆਂ ਹੋ ਜਾਣਗੀਆਂ। ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜ ਬੈਠੇ ਹਾਂ, ਉਹਨਾਂ ਦਾ ਕਹਿਣਾ ਫਰਮਾਨ ਇਹੀ ਹੈ ਕਿ ਭਾਈ ਜੇ ਤੂੰ ਨਾਮ ਨਹੀਂ ਜਪਿਆ ਨਾ ਤੇ ਫਿਰ ਤੇਰਾ ਜੀਵਨ ਸਫਲਾ ਨਹੀਂ ਹੈ, ਫਿਰ ਤੇਰਾ ਇਸ ਸੰਸਾਰ ਵਿੱਚ ਆਇਆ ਸਫਲਾ ਨਹੀਂ ਹੈ। ਕਿਉਂਕਿ ਆਪਾਂ ਬੜੇ ਸਤਿਕਾਰ ਦੇ ਨਾਲ ਪਿਆਰ ਦੇ ਨਾਲ ਨੌਵੇਂ ਪਾਤਸ਼ਾਹ ਦੇ ਸ਼ਲੋਕ ਸਰਵਣ ਕੀਤੇ ਹਨ। ਮਨ ਦੇ ਵਿੱਚ ਹੁੰਦਾ ਹੈ ਕਿ ਭੋਗਾਂ ਦੇ ਸ਼ਲੋਕ ਸਰਵਣ ਕਰਨੇ ਹਨ, ਪਰ ਭੋਗਾਂ ਦੇ ਸ਼ਲੋਕਾਂ ਵਿੱਚ ਸਤਿਗੁਰੂ ਨੇ ਸਾਨੂੰ ਦੱਸਿਆ ਕੀ ਹੈ, ਇਹ ਵੀ ਵਿਚਾਰ ਕਰਨੀ ਚਾਹੀਦੀ ਹੈ। ਕਿ ਗੁਰੂ ਗੋਬਿੰਦ ਮਹਾਰਾਜ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦੱਸਣਾ ਕੀਤਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਿ ਤੂੰ ਤੇ ਆਪਣਾ ਜਨਮ ਉਦਾਂ ਹੀ ਗਵਾ ਲਿਆ ਭਾਈ ਜੇ ਤੂੰ ਗੁਰੂ ਦਾ ਗੁਣ ਨਹੀਂ ਗਾਇਆ। ਤੇ ਗੁਰੂ ਤੇਗ ਬਹਾਦਰ ਦੇ ਨਾਲ ਆਪਾਂ ਜੁੜੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨਾਲ ਆਪਾਂ ਜੁੜੇ ਹਾਂ। ਤੇ ਸ਼ਹਾਦਤ ਅਜਾਈ ਨਾ ਜਾਵੇ, ਇਹ ਸਾਡੀ ਸ਼ਹਾਦਤ ਜਿਹੜੇ ਤੇ ਅਕਿਰਤਕਾਰ ਹਨ ਉਹ ਨਹੀਂ ਮੰਨਦੇ ਹੁਣ ਨਾ ਮੰਨਣ, ਪਰ ਸਾਨੂੰ ਮਾਣ ਹੋਵੇ ਸਾਡੇ ਗੁਰਾਂ ਦੇ ਉੱਪਰ ਕਿ ਸਾਡੇ ਗੁਰਾਂ ਨੇ ਕਿਸ ਤਰ੍ਹਾਂ ਕਿਸੇ ਦੂਜੇ ਧਰਮ ਦੇ ਵਾਸਤੇ, ਕਿਸੇ ਦੂਜੀ ਇਨਸਾਨੀਅਤ ਦੇ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ। ਤੇ ਸਾਧ ਸੰਗਤ ਇਸੇ ਤਰ੍ਹਾਂ ਆਪਾਂ ਗੁਰੂ ਦੇ ਚਰਨਾਂ ਨਾਲ ਜੁੜਦੇ ਰਹੀਏ, ਗੁਰਬਾਣੀ ਨਾਲ ਜੁੜਦੇ ਰਹੀਏ, ਗੁਰਬਾਣੀ ਦਾ ਨਾਲ ਭੇਦ ਹੋ ਕੇ ਇੱਕ ਹੋ ਜਾਈਏ। ਜਿਵੇਂ ਸਤਿਗੁਰਾਂ ਨੇ ਕਿਹਾ, ਗੁਰ ਕਿਰਪਾ ਜਹੀ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਰਲ ਜਾਂਦਾ, ਫਿਰ ਉਸ ਨੂੰ ਕੱਢਿਆ ਨਹੀਂ ਜਾ ਸਕਦਾ, ਵੱਖ ਨਹੀਂ ਕੀਤਾ ਜਾ ਸਕਦਾ। ਸਾਧ ਸੰਗਤ ਇਸੇ ਤਰ੍ਹਾਂ ਅਸੀਂ ਆਪਣੇ ਗੁਰੂ ਦੇ ਨਾਲ ਅਭੇਦ ਹੋ ਜਾਈਏ, ਗੁਰੂ ਦੇ ਕਹੇ ਦੇ ਅਨੁਸਾਰ ਚੱਲੀਏ ਤੇ ਸਾਡਾ ਜੀਵਨ ਸਫਲਾ ਹੋ ਜਾਵੇਗਾ। ਸਾਧ ਸੰਗਤ ਵਿਚਾਰ ਕਰਦੇ ਆ, ਗੁਰਬਾਣੀ ਸਰਵਣ ਕਰਾਉਂਦੇ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਸਤਿਕਾਰ ਦੇ ਨਾਲ ਗੁਰੂ ਇਤਿਹਾਸ ਨਾਲ ਜੁੜਨਾ ਕੀਤਾ। ਗਿਆਨੀ ਸਾਹਿਬਾਨ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ। ਕਿਉਂਕਿ ਇਹ ਮਨ ਚਾਓ ਘਨੇਰਾ ਰਾਮ, ਇਹ ਝੂਠ ਨਹੀਂ ਹੈ। ਤੁਸੀਂ ਕਹੋਗੇ ਸ਼ਾਇਦ ਕਿ ਆਪਣੀ ਸੋਭਾ ਵਾਸਤੇ ਕਿ ਸ਼ਾਇਦ ਇਹ ਕਥਾ ਵਿਚਾਰਾ ਕਰਦੇ ਹਾਂ, ਪਰ ਮੇਰੇ ਮਨ ਵਿੱਚ ਇੱਕ ਚਾਹ ਉੱਠਦਾ ਹੈ, ਮਨ ਉੱਠਦਾ ਹੈ ਕਿ ਹਾਂ ਮੇਰੇ ਕੋਲ ਕੁਝ ਹੈ, ਉਹਦਾ ਕੁਝ ਨਹੀਂ ਕਿਨਕਾ ਪਰ ਹੈ। ਭਾਰਤ ਦੀ ਗੁਰੂ ਦੀ ਵਡੇਰੀ ਤਾਂ ਬੜੀ ਉੱਤਮ ਹੈ, ਬੜੀ ਉੱਚੀ ਹੈ, ਤੇ ਜਿਤਨਾ ਕੁ ਹੈ ਕਿ ਉਹਨਾਂ ਆਪਾਂ ਉਹ ਗੁਰੂ ਦੇ ਨਾਲ ਸਾਂਝ ਪਾ ਲਈਏ। ਹੋ ਸਕਦਾ ਕਿ ਜਿਹੜੀ ਮੇਰੀ ਸੋਚ ਹੈ ਉਹ 'ਚ ਕਮੀ ਹੋਵੇ, ਤੇ ਦੂਸਰਾ ਜੀਵ ਜਿਹੜਾ ਸੁਣ ਰਿਹਾ ਮੈਨੂੰ ਦੱਸ ਦੇਵੇ, ਭਾਈ ਜਿਹੜਾ ਤੁਸੀਂ ਆਹ ਕਹਿ ਰਹੇ ਹੋ ਨਾ ਇਹਦੇ ਵਿੱਚ ਇੱਦਾਂ ਨਹੀਂ ਇੱਦਾਂ। ਕਿਉਂਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਇਕੱਤਰ ਹੋ ਕੇ ਆਪਾਂ ਵਿਚਾਰਾ ਕਰੀਏ ਤੇ ਆਪਣੀ ਦੁਬਦਾ ਖਤਮ ਕਰ ਲਈਏ। ਹੋ ਸਕਦਾ ਜਿਹੜੀ ਵਿਚਾਰ ਮੈਂ ਤੁਹਾਨੂੰ ਦੱਸੀ ਹੈ, ਗੁਰਬਾਣੀ ਦੇ ਅਰਥ ਦੱਸੇ, ਉਸ ਕੋਈ ਘਾਟ ਹੋਵੇ ਮੇਰੇ ਵੱਲੋਂ, ਗੁਰਬਾਣੀ ਵੱਲੋਂ ਨਹੀਂ, ਤੇ ਉਹ ਸ਼ਾਇਦ ਤੁਸੀਂ ਵਿਚਾਰ ਦੀ ਸਾਂ ਤੁਸੀਂ ਦੱਸ ਸਕੋ ਭਾਈ ਜੀ ਜੋ ਤੁਸੀਂ ਦੱਸਿਆ ਇੱਦਾਂ ਹੈ। ਆਪਾਂ ਵਿਚਾਰਾ ਕਰਨੀਆਂ ਸਾਂਝੇ ਤੌਰ ਤੇ, ਇਹ ਨਹੀਂ ਰੱਖਣਾ ਕਿ ਮੈਂ ਕੋਈ ਕਥਾਵਾਚਕ ਹਾਂ ਤੇ ਤੁਸੀਂ ਸੁਣਨ ਵਾਲੇ ਹੋ, ਨਹੀਂ। ਅਸੀਂ ਸਾਰੇ ਇੱਕ ਵਿਕ ਭਾਈ ਭੈਣ ਹਾਂ, ਸਾਰੇ ਮਿਲ ਜੁਲ ਕੇ ਇੱਕ ਦੂਜੇ ਦੀ ਗੁਰੂ ਦੀ ਵਿਚਾਰ ਕਰਨੀ ਹੈ, ਸਾਂਝ ਪਾਣੀ ਗੁਰੂ ਕੀ। ਕਿਉਂਕਿ ਸ਼ਬਦ ਆਪਾਂ ਸਰਵਣ ਕੀਤਾ, ਹਰ ਕੇ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਮੀਤ ਤੋਂ ਭਾਵ ਮਿੱਤਰ। ਆਏ ਮਿਲ ਗੁਰਸਿੱਖ ਆਏ ਮਿਲ, ਪਿਆਰ ਦੇ ਨਾਲ ਮਿਲੀਏ ਜੁੜੀਏ। ਸੋ ਸਮਾਂ ਨਾ ਲਵਾਂ ਹੋਰ, ਭਾਈ ਸਾਹਿਬ ਜੀ ਪਿੱਛੋਂ ਇਸ਼ਾਰਾ ਕਰ ਰਹੇ ਹਨ ਕਿ ਸਮਾਪਤੀ ਦਾ। ਸੋ ਸਮਾਪਤੀ ਹੈ ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਗਲਾ ਜੋ ਕਾਰਜ ਹੈ ਭਾਈ ਸਾਹਿਬ ਜੀ ਆਪ ਨੂੰ ਸਰਵਣ ਕਰਾਉਣਗੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।